प्रोग्राम गुरमुत ज्ञान लाइव ਦੇ ਵਿੱਚ ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਦਾ ਮਨਦੀਪ ਸਿੰਘ ਵੱਲੋਂ ਸਵਾਗਤ ਹੈ। ਹਰ ਹਫਤੇ ਦੀ ਤਰ੍ਹਾਂ ਇਸ ਹਫਤੇ ਵੀ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲੇ ਆਪ ਜੀ ਨੂੰ ਗੁਰਮਤ ਸੰਬੰਧੀ ਅਤੇ ਗੁਰਬਾਣੀ ਸੰਬੰਧੀ ਸੇਧ ਦੇਣਗੇ। ਗਿਆਨੀ ਜੀ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਹਨ। ਗਿਆਨੀ ਜੀ ਫਤਿਹ ਸਾਂਝੀ ਕਰਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਹਫਤੇ ਤੱਕ ਗਿਆਨੀ ਜੀ ਨੇ ਪੌੜੀ तीरथ तप दया दत्त दान दे जो अखरी अर्थ हैं अते व्याकरण की जो सीध सी वो दिती। इस हफ्ते इस प्रोग्राम का आगाज़ जो अगली पौड़ी है पातालां पाताल लख आगासा आगास तो की जाती है। पातालां पाताल लख आगासा आगास ओढ़क ओढ़क भाल थके वेद कहन एक बात सह 18 कहन कतेबा असलू एक धात लिखा होए तां लिखी है लिखे होए विनाश नानक वड्डा आखी है आपे जाने आप। गुरु सवारे सत्संगियों 21 नंबर पौड़ी तीकर असी ये विचार कीती सी कि वाहिगुरु अकाल पुरख जी वड्डे हन, उन्हां दी वड्याई भी बहुत वड्डी है और ये सारा संसार उसका कीता होया है तथा उसके हुक्म तो बिना कुछ भी नहीं हो सकता। पर जे कोई मनुख ये कहने दा गुस्ताखी करता है कि मैं उस परमात्मा दा अंत पा सकता हाँ या मैं दस सकता कि वो कितना बड़ा है, वो मनुख हमाकत कर रहा है, गुस्ताखी कर रहा है, गलती कर रहा है। जे को नानक जे को आपो जाने, नानक जी फरमांदे ने जे कोई अपने आप नूं इउं प्रगट करता है कि मैं उस परमात्मा दे बारे दस सकता हाँ अगे गया ना सो है, वो वाहिगुरु दी दरगाह में जाके शोभा नहीं पाएगा। हुण पातशाह 22 नंबर पौड़ी भी फरमांदे ने परमात्मा दी बेअंत रचना दा कौन अंत पा सकता। पातालां पाताल लख आगासां आगास, इस पंक्ति नूं असीं इकट्ठे ही पढ़ना है। जेड़ा लख अखर है ये दिली दीपक है। गुरबाणी में कुछ अखर ऐसे आउंदे हन जेड़े अगे अते पिछे दो ही पासे लगते हैं। विद्वानां दी बोली विच उहनूं दिली दीपक कहा जाता है। जिस तरह दरवाजे दी दहलीज उत्ते एक दीवा बाल के रख दिओ, वो अंदर भी रोशनी करता है ते बाहर भी रोशनी करता है, इसलिए उसनूं दिली दीपक कहा जाता है। इस पहली पंक्ति भी जिहड़ा लख अखर है ये दिली दीपक है। भाव लखां ही पताल हन लखां ही आकाश हन। ये लख शब्द दो ही पासी लगेगा। पातालां पाताल लख आगासां आगास, तो अर्थ करन वेले इस लख नूं दो ही पासी वरतना होवेगा कि उस वाहिगुरु दी बेअंत रचना दे अंदर लखां ही पाताल हन अते लखां ही आकाश हन। ओढ़क ओढ़क भाल थके, ओढ़क दा मतलब है अखीर, उदा अंत लभदियां लभदियां भाल के थक गए। वेद कहन एक बात, सारे वेद ऋषि मुनि ते महात्मा एक जबान होके कहते हैं ते मनते हैं कि सह 18 कहन कतेबा असलू एक धात। ये सबना दी राय एक है, भावें ईसाई मत वाले अते मुसलमान मत वाले उन्हां दियां कतेबां
ਉਸ ਪਰਮਾਤਮਾ ਦੀ ਬੇਅੰਤ ਰਚਨਾ ਨੂੰ 18,000 ਆਲਮਾਂ ਵਿੱਚ ਵੰਡਦੇ ਹਨ। ਪਰ ਕਹਿਣ ਤੋਂ ਭਾਵ ਇਹ ਹੈ ਕਿ ਕਿਸੇ ਨੇ ਕਿਤਨਾ ਕਿਹਾ, ਕਿਸੇ ਨੇ ਕਿਤਨਾ ਕਿਹਾ, ਕਿਸੇ ਨੇ ਲੱਖਾਂ ਪਤਾਲ ਕਹੇ, ਲੱਖਾਂ ਆਕਾਸ਼ ਕਹੇ, ਕਿਸੇ ਨੇ 18,000 ਆਲਮ ਕਹੇ, ਪਰ ਅਸਲੂ ਇੱਕ ਧਾਤ। ਅਸਲੂ ਦਾ ਮਤਲਬ ਹੈ ਮੁੱਢ, ਸਾਰਿਆਂ ਦਾ ਇੱਕ ਪਰਮਾਤਮਾ ਹੈ। ਗੁਰਬਾਣੀ ਗੁਰੂ ਜੀ ਇਸ ਨੂੰ ਆਪਣੇ ਢੰਗ ਨਾਲ ਸਮਝਾਉਂਦੇ ਹਨ ਕਿ ਅਰਬਦ ਨਰਬਦ ਧੁੰਦੂਕਾਰਾ, ਤਰਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਏਂਦਾ। ਆਖਿਆ ਪਰਮਾਤਮਾ ਦੀ ਬੇਰਚਨਾ ਬੇਅੰਤ ਰਚਨਾ ਦਾ ਕੌਣ ਅੰਤ ਪਾ ਸਕਦਾ। ਪਹਿਲਾਂ ਅਰਬਦ ਕਿਹਾ, ਅਰਬਦ ਵੀ ਗਿਣਤੀ ਦਾ ਸ਼ਬਦ ਹੈ, ਅਰਬਾਂ ਸਾਲ। ਨਾ ਅਰਬਦ, ਆਖਿਆ ਨਹੀਂ, ਅਰਬਦ ਵੀ ਨਹੀਂ। ਭਾਵ ਇਸ ਦਾ ਅੰਤ ਪਾਉਣਾ ਹੀ ਬਹੁਤ ਮੁਸ਼ਕਲ ਹੈ। ਤਾਂ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਫਰਮਾਉਂਦੇ ਨੇ, ਓੜਕ ਓੜਕ ਭਾਲ ਥਕੇ। ਭਾਲ ਦੇ ਲੱਲੇ ਨੂੰ ਸਿਹਾਰੀ ਹੈ, ਜਿਹਦਾ ਮਤਲਬ ਹੈ ਲੱਭ ਲੱਭ ਕੇ। ਉਸ ਦਾ ਅਖੀਰ ਲੱਭ ਲੱਭ ਕੇ ਥੱਕ ਗਏ। ਔਰ ਵੇਦ ਕਹਿਣ ਇੱਕ ਬਾਤ, ਸਾਰੇ ਵੇਦ ਇੱਕ ਜ਼ਬਾਨ ਹੋ ਕੇ ਇਹ ਗੱਲ ਕਹਿ ਰਹੇ ਹਨ। ਸਹਿਸ 18 ਕਹਿਣ ਕਤੇਬਾ, ਅਸਲੂ ਇੱਕ ਧਾਤ। ਇਹ ਜਿਹੜਾ ਅਸਲੂ ਅੱਖਰ ਹੈ, ਇਸ ਦੇ ਉਚਾਰਨ ਨੂੰ ਵੀ ਸਮਝਣਾ ਹੈ। ਸੱਸੇ ਦੇ ਔਂਕੜ ਨੂੰ ਵੀ ਬੋਲਣਾ ਹੈ, ਪਰ ਇਹ ਬੋਲਿਆ ਕਿਵੇਂ ਜਾਏਗਾ? ਜ਼ਬਾਨ ਦੀ ਕੂੰਬੜੀ ਨਾਲ। ਅਸਲੂ ਇੱਕ ਧਾਤ। ਅਸਲ ਵਿੱਚ ਇਹਨਾਂ ਸਾਰਿਆਂ ਦਾ ਮੁੱਢ ਇੱਕ ਅਕਾਲ ਪੁਰਖ ਪਰਮਾਤਮਾ ਹੈ। ਭਾਵੇਂ ਇਸਲਾਮ ਵਾਲਿਆਂ ਨੇ 18,000 ਆਲਮ ਕਹਿ ਦਿੱਤੇ, ਭਾਵੇਂ ਹਿੰਦੂ ਮਤ ਵਾਲਿਆਂ ਨੇ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਕਹਿ ਦਿੱਤੇ, ਪਰ ਇਹਨਾਂ ਸਾਰਿਆਂ ਦਾ ਕਰਨਹਾਰ ਇੱਕ ਅਕਾਲ ਪੁਰਖ ਪਰਮਾਤਮਾ ਹੈ। ਲਿਖਾ ਹੋਏ ਤਾਂ ਲਿਖੀ ਹੈ। ਹੁਣ ਅਸੀਂ ਇਸ ਅੱਧੀ ਪੰਕਤੀ ਨੂੰ ਪੜ੍ਹ ਕੇ ਲਿਖਾ ਹੋਏ ਤਾਂ ਲਿਖੀਏ। ਜੇ ਤੇ ਉਸ ਪਰਮਾਤਮਾ ਦੀ ਬੇਅੰਤ ਰਚਨਾ ਦਾ ਲੇਖਾ ਹੋ ਸਕੇ, ਫਿਰ ਤਾਂ ਲਿਖਣ ਦਾ ਯਤਨ ਕਰੀਏ। ਲਿਖੇ ਹੋਏ ਵਿਨਾਸ਼, ਕਹਿੰਦੇ ਨੇ ਲੇਖਾ ਕਰਦਿਆਂ ਕਰਦਿਆਂ ਲੇਖੇ ਦਾ ਹੀ ਨਾਸ ਹੋ ਜਾਂਦਾ। ਭਾਵ ਕਹਿਣ ਤੋਂ ਅੱਖਰ ਮੁੱਕ ਜਾਂਦੇ ਹਨ, ਹਿੰਦਸੇ ਮੁੱਕ ਜਾਂਦੇ ਹਨ, ਫਿਰ ਵੀ ਲੇਖਾ ਨਹੀਂ ਕੀਤਾ ਜਾ ਸਕਦਾ। ਤੇ ਜਿਹੜੀ ਚੀਜ਼ ਦਾ ਲੇਖਾ ਨਾ ਕੀਤਾ ਜਾ ਸਕੇ, ਉਸ ਨੂੰ ਫਿਰ ਅਸੀਂ ਕਹਿੰਦੇ ਹਾਂ ਬੇਅੰਤ ਬੇਅੰਤ ਬੇਅੰਤ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਫਿਰ ਮਹਾਰਾਜ ਫਰਮਾਉਂਦੇ ਨੇ, ਬਈ ਮੇਰੀ ਰਾਏ ਦੇ ਮੁਤਾਬਕ ਨਾਨਕ ਵੱਡਾ ਆਖੀ ਹੈ। ਕਿਉਂਕਿ ਇਸ ਨਿਯਮ ਨੂੰ ਪਹਿਲਾਂ ਆਰੰਭ ਵਿੱਚ ਦੱਸਿਆ ਸੀ, ਪਰ ਮੈਨੂੰ ਇਹ ਤਜਰਬਾ ਹੈ ਕਿ ਵਿਦਿਆਰਥੀਆਂ ਨੂੰ, ਸਰੋਤਿਆਂ ਨੂੰ ਭੁੱਲ ਜਾਂਦਾ। ਜੇ ਅਸੀਂ ਨਾਨਕ ਵੱਡਾ ਆਖਾਂਗੇ ਤੇ ਗੱਲ ਗਲਤ ਹੋ ਜਾਏਗੀ, ਕਿਉਂਕਿ ਇੱਥੇ ਨਾਨਕ ਦਾ ਕੱਕਾ ਮੁਕਤਾ ਹੈ। ਇਹ ਕਵੀ ਜੀ ਦੀ ਮੋਹਰ ਛਾਪ ਹੈ, ਇਸ ਲਈ ਇੱਥੇ ਨਾਨਕ ਤੇ ਥੋੜਾ ਰੁਕਣਾ ਪਵੇਗਾ। ਨਾਨਕ ਜੀ ਫਰਮਾਉਂਦੇ ਹਨ, ਨਾਨਕ ਵੱਡਾ ਆਖੀ ਹੈ। ਉਸ ਵਾਹਿਗੁਰੂ ਅਕਾਲ ਪੁਰਖ ਨੂੰ ਵੱਡਾ ਕਿਹਾ ਜਾਂਦਾ ਹੈ, ਪਰ ਇਹ ਉਹ ਆਪ ਹੀ ਜਾਣਦਾ ਹੈ ਕਿ ਆਪੇ ਜਾਣੇ ਆਪ। ਉਹ ਕਿਤਨਾ ਵੱਡਾ ਹੈ, ਇਹ ਉਹੀ ਜਾਣਦਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਵਿੱਚ ਬਹੁਤ ਹੀ ਕਮਾਲ ਦੀ ਗੱਲ ਕਹੀ। ਆਖਿਆ, ਜੇ ਕਿਸੇ ਪੁੱਤਰ ਨੂੰ ਕੋਈ ਪੁੱਛੇ, ਦੱਸ ਤੇਰੇ ਪਿਤਾ ਦਾ ਜਨਮ ਕਦੋਂ ਹੋਇਆ, ਤਾਂ ਉਹ ਸਹਿਜੇ ਹੀ ਕਹੇਗਾ, ਪਿਤਾ ਕਾ ਜਨਮ ਕੇ ਜਾਣੇ ਪੂਤ, ਸਗਲ ਪਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵੇਂ ਸੇ। ਆਖਿਆ, ਕੋਈ ਪੁੱਤਰ ਕਿਵੇਂ ਦੱਸ ਸਕਦਾ ਹੈ ਮੇਰੇ ਪਿਤਾ ਦਾ ਜਨਮ ਕਦੋਂ ਹੋਇਆ? ਵਾਹਿਗੁਰੂ ਅਕਾਲ ਪੁਰਖ ਸਾਡਾ ਸਾਰਿਆਂ ਦਾ ਪਿਤਾ ਹੈ। ਉਹ ਸਾਡੇ ਤੋਂ ਪਹਿਲਾਂ ਹੈ, ਅਸੀਂ ਬਾਅਦ ਵਿੱਚ ਪੈਦਾ ਹੋਏ ਹਾਂ। ਇਸ ਲਈ ਗੁਰੂ ਨਾਨਕ ਪਾਤਸ਼ਾਹ ਦੀ ਰਾਏ ਹੈ ਕਿ ਇਹਦੇ ਉੱਤੇ ਆਪਣਾ ਸਮਾਂ ਅਜਾਈ ਨਹੀਂ ਗਵਾਉਣਾ ਚਾਹੀਦਾ, ਕਿਉਂਕਿ ਅਸੀਂ ਇਸ ਪਰਮਾਤਮਾ ਦਾ ਅੰਤ ਪਾ ਹੀ ਨਹੀਂ ਸਕਦੇ। ਤਾਂ ਸਾਨੂੰ ਇਹੋ ਹੀ ਕਹਿਣਾ ਤੇ ਮੰਨਣਾ ਚਾਹੀਦਾ ਹੈ ਕਿ ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਨੇ,
हर की गत न को जाने, जोगी जति तपी पचहारे। अरबों लोग सियाने, बड़े लोग थक गए, पर उस हरि दी गत नूं कोई जान नहीं सके। सब नूं यही कहना पिया कि वह बेअंत है, बेअंत है, बेअंत है। रोज जाप साहब दे आरंभ विच असीं पढ़दे हां, चकर चेहन अर बरन, जात अर पात नैन जे। रूप रंग अर रेख पेख, को कह न सकत के। अचल मूरत अनुभव प्रकाश, अमितोज कहिजै। कोट इंद्र इंद्राण, शाह शाहान गणिजै। त्रिभवन महीप, सुर नर असुर। नेत नेत बन तृण कहत। ਜਿਹੜਾ नेत शब्द संस्कृत ਦਾ ਹੈ, ਜਿਹਦਾ ਆਖਰੀ ਅਰਥ ਹੈ ਨਾ ਇਤੀ, ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜੰਗਲ ਤੇ ਜੰਗਲ ਦੇ ਵਿੱਚ ਤਿਣਕੇ ਜੋ ਹਨ ਕਹਾਦੇ, ਉਹ ਵੀ ਕਹਿ ਰਹੇ ਨੇ ਕਿ परमात्मा बेअंत है, बेअंत है, बेअंत है। नेत नेत बन तृण कहत, तब सर्ब नाम कथै कवन। करम नाम बरनत सुमत। मुख दी गल गुरु नानक पातशाह इत्थे फुल स्टॉप लाउंदे ने। नानक वड्डा आखीए, आपे जाने आप। वो आप ही जानता है कि वो कितना वड्डा है। साडी अल्पग जीवां दी बुद्धि इतना कम नहीं करती। इस लगदी पौड़ी दे नाल ही जो पौड़ी नंबर 23 है, इसे ही प्रकरण नूं सतगुरु होर खोलण दी किरपा करदे ने। कहंदे साला ही साला, एती सुरत ना पाईया। नदियां अतै वाह, पवें समुंद न जाणीए। समुंद शाह सुल्तान, गिरहा सेती माल धन। कीड़ी तुल न होवनी, जे तिस मनो न विसरै। बादशाह जी का फरमान है, सालाही उस सलाहण योग परमात्मा नूं सलाउण वाले सलाउंदे हन, उहदी वडियाई करदे हन। वडियाई करनी चाहिदी है, पर वडियाई करन दा अर्थ ये नहीं कि उन्होंने ये सोझी प्राप्त हो जाए कि परमात्मा कितना बड़ा है। साला ही साला, एती सुरत न पाईया। इत्थे सुरत का मतलब है सोझी, सुर का मतलब है समझ। इन्नी समझ उन्होंने नहीं आई जेड़े उस सलाहण योग परमात्मा नूं सलाउंदे ने कि वो दस सकण परमात्मा कितना बड़ा है। हुण इस गुंजल नूं पातशाह बड़ी दलील नाल खोलदे हन ते फरमांदे ने, नदियां अतै वाह। वाह कहंदे ने छोटे नालियां नूं, नदियां कहंदे ने वड्डे दरियावां नूं। ਇਹ ਤਾਂ ਤੁਸੀਂ ਜਾਣਦੇ ਹੋ कि छोटे छोटे नाले रल के वड्डियां नदियां बनदियां हन, नदियां रल के बहुत वड्डे दरिया बनते हैं, तो वो दरिया चलते चलते समुद्र में जा पैंदे हैं। ध्यान देना, नाल नाल इसते स्पैलिंगां वल भी वेखना, विश्राम वल भी ध्यान रखना। जे असीं इकट्ठा ही पंक्ति नूं पढ़ जावांगे अर्थ नहीं निकलणगे। नदियां अतैवा, इत्थे रुकना है। भावें समुंद, हुण इत्थे समुंदे ददे नूं सिहारी है, जिहदा मतलब है समुंदर विच। नदियां अते नाले चलदे चलदे समुंदर विच जाके डिगदे हन ते समुंदर विच डिग के समुंदर दा रूप हो जांदे ने। पर समुंदर विच डिग के ਉਹ ਇਹ ਦੱਸਣ ਦੀ ਸਮਰੱਥਾ नहीं रखते कि समुंदर कितना ਵੱਡਾ है। समुंदर तो बन गए, पर उन्हां विच इन्नी समर्था नहीं कि वो दस सकण समुंदर कितना ਵੱਡਾ। ऐसी अकट दलील दिती महाराज ने, जिसनूं शरदा नाल या तीक्ष्ण बुद्धि नाल जिवें मर्जी समझ लो, तुहानूं ये मनना पवेगा कि नदियां नाले समुंदर विच डिग के समुंदर दा रूप हो जाते ने, पर वो ये दसण दी योग्यता समर्था नहीं रखते कि समुंदर कितना बड़ा। महाराज कहते हैं इसे तरह परमात्मा दी सिफत सलाह करदियां, ਉਹਦੇ गुण गायन करदियां, ਉਹਦੀਆਂ ਵਡਿਆਈਆਂ करदियां,
ਵਡਿਆਈ ਕਰਨ ਵਾਲੇ ਉਹਦਾ ਰੂਪ ਤੇ ਬਣ ਜਾਂਦੇ ਨੇ। ਪਾਤਸ਼ਾਹ ਦਾ ਫਰਮਾਨ ਹੈ, ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਾ, ਭੇਦ ਨ ਜਾਣੋ ਮੂਲ ਸਾਈਂ ਜੇਹਾ। ਇੱਕ ਹੋਰ ਜਗ੍ਹਾ ਫਰਮਾਨ ਹੁੰਦਾ ਹੈ, ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹੇ। ਹਰੀ ਅਤੇ ਹਰੀ ਦੇ ਜਨ ਦੋਵੇਂ ਇੱਕ ਹਨ, ਉਹਨਾਂ ਵਿੱਚ ਕੋਈ ਦਵੈਤ ਭਾਵ ਨਹੀਂ, ਵੱਖਰਾਪਨ ਨਹੀਂ, ਪਰ ਉਹ ਦੋਵੇਂ ਇੱਕ ਜਗ੍ਹਾ ਮਿਲ ਕੇ ਇੱਕ ਰੂਪ ਹੋ ਗਏ ਹਨ। ਇਹ ਨਹੀਂ ਦੱਸਿਆ ਜਾ ਸਕਦਾ ਕਿ ਹਰੀ ਕੌਣ ਹੈ ਤੇ ਜਨ ਕੌਣ ਹੈ। ਇਹ ਨਹੀਂ ਨਿਰਣਾ ਕੀਤਾ ਜਾ ਸਕਦਾ ਕਿ ਨਦੀਆਂ ਨਾਲਿਆਂ ਦਾ ਪਾਣੀ ਕਿਹੜਾ ਹੈ ਤੇ ਸਮੁੰਦਰ ਦਾ ਕਿਹੜਾ ਹੈ। तो पातशाह ने समझाया, साला ही साला एती सुरत न पाइया, नदियां अतै वाह पवें समुंद ना जानिए। समुद्र विच पै के समुंदर रूप हो जाते ने, पर यह नहीं जानते, ये नहीं दस सकते कि समुंदर कितना बड़ा है। समुंद शाह सुल्तान गिरहा सेती माल धन। आख्या जे कोई 7 समुद्रां दा शाह हो जाए। देखो हुण इत्थे समुंद दा दद्दा मुक्ता है, उत्थे समुंदे दद्दे नूं सिहारी सी। मैं इसलिए नियम दृढ़ करवा रहा हाँ कि गुरबाणी दा पाठ करदिआं तुहानूं इह लगा मात्रां दी जानकारी पाठ करन विच रस पैदा करेगी। पाठ करदिआं तुहानूं अर्थां दी समझ आवेगी। हुण इत्थे समुंद दा दद्दा मुक्ता है, बहुते समुद्रां दी गल हो रही है। समुंद शाह सुल्तान, सुल्तान कहंदे ने बादशाह नूं, जिहदा कई समुद्रां ते राज होवे। जिवें किसी समय अंग्रेज़ां दा राज बहुत फैलिया होया सी। लोग कहंदे सन अंग्रेज़ दे राज विच सूरज नहीं डुबदा। मतलब कहण तो इह सी कि बहुत वड्डे एरिए ते उन्हां दा हुक्म हासिल सी। महाराज कहंदे ने जे कोई ऐसा 7 समुद्रां दा शाह हो जाए और गिरहा सेती माल धन, जिहदे कोल पहाड़ां दे ढेर दौलत दे होण, माल दे होण। क्योंकि जिहड़े लोग राजे बन के देश दे शांतरां ते चढ़ाइयां करदे लुटदे हन, वो की करदे ने? दौलत इकट्ठी करदे। वो दौलत दे अंबार लग जांदे ने, ढेर लग जांदे ने। पर गुरु नानक पातशाह कहंदे ने की होया जो 7 समुद्रां दे शाह हो गए, या उन्हां कोल पहाड़ां जिन्नी माल धन दौलत इकट्ठी हो गई। कहंदे ने कीड़ी तुलना होवनी जे तिस मनो न विसरै। आम लोग इहनूं विसरै पढ़ जाते हैं, ये विसरै नहीं, विसरै। हे अकाल पुरख जी, वो कीड़ी भावें आकार विच छोटी है, पर जे उस कीड़ी दे मनो तुसी ना भुलो तां वो 7 समुद्रां दे शाह उस कीड़ी दे बराबर भी नहीं। ध्यान देने की लोड़ है। गुरु पातशाह ने कितनी कीमती गल कही है। असी लोग सारे ही दौड़ते हाँ दौलत दे पिछे, धन दे पिछे। इतनी जमीन बना लो, इतने मकान बना लो, इतनियां कोठियां कारां बना लो, पर सतगुरु कहते नहीं भाई, जिदे कोल परमेश्वर की याद है वो सब तो बड़ा है। मैनू एक छोटी जी घटना कहंदियां बड़ी खुशी हुंदी है। संत अतर सिंह जी मस्तू आने वालियां दे जन्म नगर पिंड चीमा विखे दास पढ़दा सी, तां उन्हां दे जीवन उत्ते जो 2 भागां विच संत तेजा सिंह जी MA ने लिखिया सी, वो असीं रोज़ पढ़दे सां। ਉਹਦੇ ਵਿੱਚ घटना आई कि ਜਦੋਂ ਜਾਰਜ ਪੰਚਮ ਨੂੰ ਗੱਦੀ ਦਾ ਤਿਲਕ ਦੇਣਾ ਸੀ ਤਾਂ ਸਾਰੇ ਧਰਮਾਂ ਦੇ ਲੋਕ ਉਸ ਸਮਾਗਮ ਵਿੱਚ ਸ਼ਾਮਲ ਹੋਏ। ਸਿੱਖ ਵੀ ਸ਼ਾਮਲ ਹੋਏ, ਪਰ ਸਿੱਖਾਂ ਦੀ ਸ਼ਾਨ ਬਿਲਕੁਲ ਨਿਰਾਲੀ ਸੀ। ਸੰਤ ਅਤਰ ਸਿੰਘ ਜੀ ਮਹਾਰਾਜ ਨੇ ਸਲਾਹ ਦਿੱਤੀ, ਸੰਤ ਅਤਰ ਸਿੰਘ ਜੀ ਮਹਾਰਾਜ ਨੇ ਸਲਾਹ ਦਿੱਤੀ ਕਿ ਆਪਾਂ ਨੇ ਜੇ ਸਮਾਗਮ ਵਿੱਚ ਸ਼ਾਮਲ ਹੋਣਾ ਹੈ, ਇੱਕ ਹਾਥੀ ਲਿਆਓ, ਉਹਨੂੰ ਸਜਾਓ, ਉਹਦੇ ਉੱਤੇ ਪਾਲਕੀ ਦੇ ਵਿੱਚ ਅੰਬਾਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ,
ਆਪਾਂ ਸਤਿਗੁਰੂ ਜੀ ਦੀ ਛਤਰ ਛਾਇਆ ਹੇਠ ਸ਼ਾਮਲ ਹੋਵਾਂਗੇ। ਸੰਤ ਮਹਾਰਾਜ ਨੂੰ ਬੇਨਤੀ ਕੀਤੀ, ਫਿਰ ਤੁਸੀਂ ਤਾਬਿਆ ਬੈਠੋ। ਕਹਿਣ ਲੱਗੇ ਜੇ ਪੰਥ ਦਾ ਹੁਕਮ ਹੋਵੇਗਾ ਤੇ ਮੈਂ ਤਾਬਿਆ ਬੈਠਣ ਦੀ ਸੇਵਾ ਕਰਾਂਗਾ। तो संत महाराज ने इतनी बुलंद आवाज विच एक पंक्ति पढ़ी, को हर समान नहीं राजा, को हर समान नहीं राजा, ये भूपत सब दिवस चार के झूठे कर दिवाजा। जितनी हजारां दी गिनती भी संगत पिछे सी, उन्हां सारियां ने इस पंक्ति नूं पढ़िया। कहंदे ने जदों पंडाल दे अंदर संत जी पहुंचे ਤਾਂ ਜਾਰਜ ਪੰਚਮ ਜਿਸ ਦੀ ਗੱਦੀ ਨਿਸ਼ੀਨੀ ਹੋਣੀ ਸੀ ਉਹ ਆਪਣੀ ਕੁਰਸੀ ਤੋਂ ਖੜਾ ਹੋ ਗਿਆ ਤੇ ਆਦਰ ਵਜੋਂ ਕਹਿਣ ਲੱਗਾ ਆਪ ਇੱਥੇ ਬੈਠੋ। ਤੇ ਜਿਤਨੇ ਸਿੱਖ ਵਿਦਵਾਨ ਜਾਂ ਸਲਾਹਕਾਰ ਸਨ ਉਹ ਪੁੱਛਿਆ ਕਿ ਇਹ ਬਾਬਾ ਜੀ क्या बोल रहे थे, तो उन्होंने ट्रांसलेशन करके दसिया कि बाबा जी कह रहे थे कि गॉड इज ग्रेट किंग, परमेश्वर जिड्डा वड्डा कोई राजा नहीं है। मतलब कहण तो कि जिस मनुख दे हिरदे विच परमात्मा दी याद है वो बहुत वड्डा है। गुरबाणी गुरु जी फरमांदे ने, अध गुला चिड़ी का चुगन, गैन चढ़ी बिल लाए, खसमै भावै ओहा चंगी जे करे खुदाए खुदाए। अक स्यों प्रीत करे अक तिड्डा अक डाली बह खाए, खसमै भावै ओहो चंगा जे करे खुदाए खुदाए। देखण नूं चिड़ी दी की हस्ती है, देखण नूं अक ते बैठण वाले टिड्डे दी की हस्ती है, पर जे उस नूं मालक दी याद है ते ओह उन्हां सुल्तानां ते बादशाहां नालों वड्डा है। इस पौड़ी विच भी महाराज समझा रहे ने, कीड़ी तुल ना होवनी जे तिस मनो न विसरै। हे अकाल पुरख जी, जे तुसी उस कीड़ी दे मन तो नहीं भुलदे, भाव कीड़ी दे हिरदे विच तुहाडी याद है, तां ओह सत्तां समुंदरां दे शाह जिन्हां कोल पहाड़ां जिन्नी दौलत है ओह उस कीड़ी दे बराबर भी नहीं। तो इन्हां दो पौड़ियां दे अंदर महाराज ने उस वाहिगुरु अकाल पुरख दी सिफत सलाह नूं इतना उच्चा दर्जा दिता है और नाल ही ये समझाया है कि असीं उहदी सिफत सलाह ते करनी है, पर उहदा अंत पाउण दा कदे भी यतन नहीं करना, क्योंकि असीं अंत पा ही नहीं सकते। जिस तरह एक बूंद समुंदर विच रल के समुंदर तां बन सकती है, पर वो समुंदर दा अंत नहीं पा सकती। तो इन्हां दोहां पौड़ियां दे अंदर गुरुदेव ने सानू समझाउण दी किरपा कीती है। पातालां पाताल लख, आगासां आगास, ओढ़क भाल थके, वेद कहन एक बात, सहस 18 कहन कतेबा, असलू एक तात, लेखा होए तां लिखी है, देखे होए विनाश, नानक वड्डा आखिए आपे जाने आप, सालाही सालाह एती सुरत ना पाइया, नदियां अतैवा पमै समुंद न जानिए, समुंद शाह सुल्तान गिरहा सेती माल धन, कीड़ी तुलना होवनी जे तिस मनो न विसरै। तो इस तरह गुरु कृपा दे नाल अज असी इन्हां दो पौड़ियां दी विचार कीती है। मैनूं खुशी है कि चंगे चंगे पढ़े लिखे गुरमुख और श्रद्धालु ਜਿਹੜੇ जपजी साहिब ਦਾ ਪਾਠ ਚਿਰਾਂ ਤੋਂ ਕਰਦੇ ਆ ਰਹੇ ਨੇ, ਇਸ ਟਾਈਮ ਟੀਵੀ ਦੇ ਚੜ੍ਹਦੀ ਕਲਾ ਦੇ ਉਦਮ ਨਾਲ ਉਹਨਾਂ ਨੂੰ ਵੀ ਜਪਜੀ ਸਾਹਿਬ ਦੇ ਅਖਰੀ ਅਰਥਾਂ ਦੇ ਨਾਲ ਭਾਵ ਅਰਥ ਅਤੇ ਵਿਆਕਰਨ ਦੀ ਨਿਯਮਾਵਲੀ ਸਮਝਣ ਨਾਲ ਆਨੰਦ ਵਿੱਚ ਵਾਧਾ ਹੋਇਆ ਹੈ ਔਰ ਉਹ ਇਸ ਉਦਮ ਤੋਂ ਲਾਹਾ ਲੈ ਰਹੇ ਨੇ। ਮੈਂ ਸਮਝਦਾ ਹਾਂ ਚੜ੍ਹਦੀ ਕਲਾ ਵਾਲੇ ਗੁਰਮੁਖ ਪਿਆਰੇ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਸਿੱਖ ਜਗਤ ਦੇ ਅੰਦਰ ਗੁਰਬਾਣੀ ਦੇ ਅਰਥਾਂ ਨੂੰ ਸਮਝਣ ਸਮਝਾਉਣ ਦਾ ਇਹ ਉਪਰਾਲਾ, ਇਹ ਸ਼ਲਾਘਾਯੋਗ ਯਤਨ ਕੀਤਾ ਹੈ। ਗੁਰੂ ਪਾਤਸ਼ਾਹ ਸਾਡੀ ਝੋਲੀ ਵਿੱਚ ਦਾਤ ਪਾਏ, ਅਸੀਂ ਬਾਣੀ ਪਿਆਰ ਨਾਲ ਪੜ੍ਹ ਕੇ ਆਪਣੇ ਜੀਵਨ ਦੇ ਅੰਧੇਰੇ ਰਾਹਾਂ ਨੂੰ ਰੋਸ਼ਨ ਕਰ ਸਕੀਏ। ਗਿਆਨੀ ਜੀ ਨੇ ਬੜੇ ਹੀ ਪਿਆਰ ਨਾਲ ਸਾਨੂੰ ਇਸ ਪੌੜੀ ਦੇ ਆਖਰੀ ਅਰਥ
ਅਤੇ ਵਿਆਕਰਣ ਅਰਥ ਸਮਝਾਏ ਨੇ। ਹੁਣ ਸਮਾਂ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਤੁਹਾਨੂੰ ਮੁੜ ਮਿਲਦੇ ਹਾਂ ਪ੍ਰੋਗਰਾਮ ਗੁਰਮਤਿ ਗਿਆਨ ਲਾਈਵ ਵਿੱਚ। ਸਾਨੂੰ ਹੁਣ ਇਜਾਜ਼ਤ ਦਿਓ। ਵਾਹਿਗੁਰੂ।